ਜਿਹੜਾ ਇਹ ਦੌਰ ਇਸ ਵੇਲੇ ਗੁਜ਼ਰ ਰਿਹਾ ਸਾਈਕਲ ਇੰਡਸਟਰੀ ਵਾਸਤੇ ਬਹੁਤ ਵੱਡਾ ਇੱਕ ਕ੍ਰਾਈਸਿਸ ਆ ਕਿ ਜਿਹੜੀ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਦੇਸ਼ ਆ, ਪਰ ਅੱਜ ਜਿਹੜੀ ਡਿਮਾਂਡ ਆ ਸਾਈਕਲ ਤੇ ਸਾਈਕਲ ਪਾਰਟਸ ਦੀ ਉਹ ਬਹੁਤ ਘਟ ਗਈ ਆ। ਅੱਜ ਮੋਟਰਸਾਈਕਲ ਲੈਣਾ ਹੋਵੇ ਤਾਂ ਬਹੁਤ ਸਾਰੀਆਂ ਫੈਸਿਲਿਟੀਜ਼ ਆ ਜੀ, ਬੈਂਕਸ ਦੀਆਂ ਨੇ ਜੀ, NBFCs ਦੀਆਂ ਨੇ। ਆਪਸ਼ਨ ਆ ਕਿ ਤੁਹਾਡੇ ਕੋਲ 5000 ਰੁਪਈਆ ਤੁਸੀਂ 50000 ਦਾ ਲੱਖ ਰੁਪਏ ਦਾ ਮੋਟਰਸਾਈਕਲ ਖਰੀਦ ਸਕਦੇ ਹੋ ਜੀ। ਪਰ ਸਾਈਕਲ ਵਾਸਤੇ ਮਾਈਕਰੋ ਫਾਈਨਾਂਸ ਦੀ ਲੋੜ ਆ ਅੱਜ, ਅਗਰ ਸਾਈਕਲ ਇੰਡਸਟਰੀ ਨੂੰ ਉੱਪਰ ਲੈ ਕੇ ਜਾਣਾ। ਜਿਵੇਂ ਤੁਸੀਂ ਅਸੀਂ ਇਹ ਕਹਿੰਦੇ ਵਰਲਡ ਦੀ ਸਭ ਤੋਂ ਵੱਡੀ ਲਾਰਜੈਸਟ ਮੈਨੂਫੈਕਚਰਰ ਸਾਈਕਲ ਕੰਪਨੀ ਸਾਡੀ, ਸੈਕਿੰਡ ਲਾਰਜੈਸਟ ਮੈਨੂਫੈਕਚਰਰ ਅਸੀਂ, ਤੇ ਆਪਾਂ ਪ੍ਰਾਊਡਲੀ ਅੱਜ ਇਹ ਫੀਲ ਕਰ ਰਹੇ ਹਾਂ, ਕਹਿ ਰਹੇ ਹਾਂ ਕਿ ਅਸੀਂ ਉਹ ਸਾਈਕਲ ਬਣਾਉਂਦੇ ਹੀ ਨਹੀਂ। ਕਿ 15 ਸਾਲ ਤੋਂ ਤਾਂ ਤੁਸੀਂ ਫਿੱਕੋ ਦੇ ਵਿੱਚ ਹੀ ਬਹੁਤ ਸਾਰੇ ਡੈਲੀਗੇਸ਼ਨ ਲੈ ਕੇ ਗਏ, ਪੂਰਾ ਚਾਈਨਾ, ਯੂਰਪ ਸਾਰੇ ਤੁਸੀਂ ਘੁਮਾਏ ਔਰ ਲੋਕਾਂ ਨੂੰ, ਇੰਡਸਟਰੀ ਨੂੰ ਰੂਬਰੂ ਕਰਾਇਆ ਕਿ ਕੀ ਇੰਡਸਟਰੀ 'ਚ ਫੇਰ ਬਦਲ ਹੋ ਰਿਹਾ। ਕਿ 15 ਸਾਲ ਦਾ ਟਾਈਮ ਬਹੁਤ ਨਹੀਂ ਸੀਗਾ ਕਿ ਆਪਾਂ ਉਸ ਇੰਡਸਟਰੀਆਂ ਨੂੰ ਦੇਖ ਕੇ ਇੱਥੇ ਉਹ ਟੈਕਨੋਲੋਜੀ ਨੂੰ ਡਿਵੈਲਪ ਕਰਤੇ। ਖਾਲੀ ਇੱਥੇ ਦੇ ਇੰਡਸਟਰੀਲਿਸਟ ਉੱਥੇ ਗਏ ਔਰ ਦੇਖ ਕੇ ਆ ਗਏ, ਮਤਲਬ ਉਹਨਾਂ ਨੇ ਬਣਾਇਆ ਨਹੀਂ, ਉਲਟਾ ਇੰਪੋਰਟ ਕਰਨੀ ਸ਼ੁਰੂ ਕਰਤੀ। ਅੱਜ ਮੈਂ ਗੱਲ ਕਰਦਾ ਅਮਰ ਵੀਲ ਨੇ ਜਿਹੜੀ ਚੇਨ ਵੀਲ ਔਰ ਕਰੈਂਕ ਬਣਾਇਆ, ਉਹਨੇ ਇੱਕ ਵਰਲਡ ਲੈਵਲ ਦਾ ਜਿਹੜਾ ਚੇਨ ਵੀਲ ਔਰ ਕਰੈਂਕ ਬਣਾਇਆ। ਅੱਜ ਮੈਂ ਗੱਲ ਕਰਾਂ ਮਨਜਿੰਦਰ ਸਿੰਘ ਸਚਦੇਵਾ ਜੀ ਨੇ ਅਲਾਏ ਫਰੇਮ ਬਣਾਇਆ, ਫੋਰਕ ਬਣਾਇਆ। ਅੱਜ ਮੈਂ ਗੱਲ ਕਰਦਾ ਵਾ SK ਅਗਰਵਾਲ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੀ ਬ੍ਰੇਕਸ ਬਣਾਈ। ਅੱਜ ਅਸੀਂ ਇੰਡੀਵਿਜੂਅਲ ਲੈਵਲ ਦੇ ਉੱਤੇ ਤਾਂ ਕਰ ਰਹੇ ਹਾਂ, ਪਰ ਸਰਕਾਰਾਂ ਦੇ ਲੈਵਲ 'ਤੇ ਕਿਤੇ ਨਾ ਕਿਤੇ ਸਾਨੂੰ ਇਸ ਇੰਡਸਟਰੀਲਾਈਜੇਸ਼ਨ ਕਰਨ ਵਾਸਤੇ ਟੈਕਨੋਲੋਜੀ ਟਰਾਂਸਫਰ ਦੀ ਲੋੜ ਆ। ਪਿਛਲਾ ਸਮਾਂ ਕੋਵਿਡ ਕਰਕੇ ਕਾਲਜਿਸ, ਸਕੂਲਸ ਬੰਦ ਰਹੇ, ਜਿਹਦੇ ਕਰਕੇ ਸਾਈਕਲ ਦੀ ਡਿਮਾਂਡ ਬਹੁਤ ਜ਼ਿਆਦਾ ਘਟੀ, ਤੇ ਜਿਹਦੇ ਕਰਕੇ ਅੱਜ ਜਿਹੜੀ ਉਹ ਡਿਮਾਂਡ ਹਜੇ ਨਿਕਲਣੀ ਨਹੀਂ ਸ਼ੁਰੂ ਹੋਈ। ਪਰ ਗਵਰਨਮੈਂਟਸ ਨੇ ਜਿਹੜੇ ਟੈਂਡਰ ਆਪਣੇ ਲਗਾਉਣੇ ਸ਼ੁਰੂ ਕਰਤੇ, ਜਿਹਦੇ ਨਾਲ ਇੱਕ ਸਾਈਕਲ ਇੰਡਸਟਰੀ ਨੂੰ ਆਸ ਦੀ ਕਿਰਨ ਜਾਗੀ। ਹਾਂ, ਮੈਂ ਤੁਹਾਨੂੰ ਦੱਸਦਾ, ਤੁਸੀਂ ਸਾਡੇ ਨਾਲ ਕਿਸੇ ਟੂਰ ਦੇ ਵਿੱਚ ਜਾ ਕੇ ਦੇਖੋ, ਉਹ ਲੋਕ ਆਪਣਾ ਟ੍ਰੇਡ ਸੀਕ੍ਰੇਟ ਰੱਖਦੇ ਆ। ਉਹ ਮੇਲਿਆਂ 'ਚ ਤਾਂ ਤੁਸੀਂ ਜਾਂਦੇ ਹੋ, ਉੱਥੇ ਤਾਂ ਉਹ ਸਾਰਾ ਟੈਕਨੋਲੋਜੀ ਨੂੰ ਡਿਸਪਲੇ ਵੀ ਕਰਦੇ ਆ। ਜਿਹੜੀ ਮੇਲਿਆਂ ਦੇ ਵਿੱਚ ਟੈਕਨੋਲੋਜੀ ਦੇਖਣ ਦੇ ਨਾਲ ਟੈਕਨੋਲੋਜੀ ਟਰਾਂਸਫਰ ਨਹੀਂ ਹੋ ਸਕਦੀ ਹੈਗੀ ਜੀ। ਨਹੀਂ, ਪਰ ਅੱਜ ਕੱਲ੍ਹ ਅਸੀਂ ਦੇਖਿਆ ਕਿ ਤੁਹਾਡੇ ਵਰਗੇ ਜਿਹੜੇ ਵਧੀਆ ਯੂਨਿਟ ਹੁੰਦੇ ਆ, ਹਾਈ ਕਲਾਸ ਯੂਨਿਟ ਆ, ਉਹ ਨਾਲ ਟੈਕਨੋਲੋਜੀ ਦਾ ਉੱਥੇ B2B ਰੱਖ ਲਈਏ, ਪਰ ਉਹ ਅਸੀਂ ਉਹਦਾ ਸੀਕ੍ਰੇਟ ਆਪਦੇ ਕੋਲੇ ਰੱਖਦੇ ਹਾਂ। ਸੀਕ੍ਰੇਟ ਨਹੀਂ ਅਸੀਂ ਦੱਸਦੇ ਵੀ ਸਾਡਾ ਪ੍ਰੋਡਕਟ ਜਿਹੜਾ ਅਸੀਂ ਸਟੇਨਲੈਸ ਸਟੀਲ ਰਿਮ ਬਣਾਇਆ, ਅਸੀਂ ਉਹਦਾ ਇਹ ਥੋੜ੍ਹੀ ਲਗਾ ਦਿਆਂਗੇ ਕਿ ਸੀਕ੍ਰੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਪਰ ਜਿਹੜਾ ਪ੍ਰੋਡਕਟ ਅਸੀਂ ਆਪਣੀ ਫੈਕਟਰੀ 'ਚ, ਉਹਦਾ ਨਾ ਤਾਂ ਚਾਈਨੀਜ਼, ਨਾ ਤਾਈਵਾਨੀਜ਼, ਨਾ ਯੂਰਪੀਅਨ ਕੋਈ ਵੀ ਆਪਣਾ ਟ੍ਰੇਡ ਸੀਕ੍ਰੇਟ ਜਿਹੜਾ ਹੈਗਾ ਉਹ ਸ਼ੇਅਰ ਨਹੀਂ ਕਰਦਾ ਹੈਗਾ। ਸੋ ਕੁੱਲ ਮਿਲਾ ਕੇ ਆਪਾਂ ਇਹ ਮੰਨੀਏ ਕਿ ਸਾਈਕਲ ਇੰਡਸਟਰੀ ਇੱਦਾਂ ਹੀ ਰਹੇਗੀ ਔਰ ਇੱਦਾਂ ਹੀ ਸਰਕਾਰੀ ਟੈਂਡਰਾਂ ਦੀ ਹੀ ਮੁਹਤਾਜ ਰਹੇਗੀ ਜੀ। ਅੱਜ ਅਲਾਏ ਸਟੀਲ ਇੰਡੀਆ 'ਚ ਅਵੇਲੇਬਲ ਨਹੀਂ। ਹੁਣ ਤੁਸੀਂ ਗੱਲ ਕਰੋ, ਅੱਜ ਸਾਨੂੰ 1 ਟਨ ਮਾਲ ਚਾਹੀਦਾ ਹੋਵੇ ਤਾਂ ਹਿੰਡਾਲਕੋ ਕਹਿੰਦੀ ਮੈਂ ਨਹੀਂ ਦੇ ਸਕਦੀ। ਬਿਲਕੁਲ ਠੀਕ। ਪਰ ਚਾਈਨਾ ਦੇ ਵਿੱਚ ਜੇ ਤੁਸੀਂ 400 ਕਿਲੋ ਮਾਲ ਵੀ ਲੈਣਾ ਤਾਂ ਮਿਲ ਜਾਏਗਾ। जनहितैषी, TRP नहीं खरीदते, भरोसा जीते हैं हम। सत श्री अकाल, मैं संदीप शर्मा एक बार फिर ਤੁਹਾਡੇ सामने पेश हो रहे हैं। मैनचेस्टर शहर लुधियाना ਜਿਹਦੀ ਪਹਿਚਾਣ ਹੈ ਸਾਈਕਲ ਇੰਡਸਟਰੀ। ਜੇ ਗੱਲਬਾਤ ਕਰੀਏ ਤਾਂ ਸਾਈਕਲ ਇੰਡਸਟਰੀ ਉਹ ਸਾਈਕਲ ਇੰਡਸਟਰੀ ਹੈ ਜਿਹੜੀ ਵਰਲਡ ਦੇ ਵਿੱਚ ਸੈਕਿੰਡ ਲਾਰਜੈਸਟ ਮੈਨੂਫੈਕਚਰਰ ਸਾਈਕਲ ਇੰਡਸਟਰੀ ਹੈ। ਪਰ ਅੱਜ ਹਾਲਾਤ ਇੱਦਾਂ ਦੇ ਹੋ ਗਏ ਨੇ ਕਿ ਵਰਲਡ ਦੇ ਵਿੱਚ ਸੈਕਿੰਡ ਲਾਰਜੈਸਟ ਸਾਈਕਲ ਦਾ ਨਿਰਮਾਣ ਕਰਨ ਵਾਲੀ ਇਹ ਸ਼ਹਿਰ ਦੀ ਇੰਡਸਟਰੀ ਸਾਈਕਲ ਟੈਂਡਰਾਂ 'ਤੇ ਸਿਰਫ ਬੇਸ ਹੋ ਕੇ ਰਹਿ ਗਈ ਹੈ। ਉਹਦਾ ਆਧਾਰ ਜਿਹੜਾ ਹੈ ਸਾਈਕਲ ਟੈਂਡਰ ਹੋ ਗਏ ਨੇ। ਸੋ ਗੱਲਬਾਤ ਕਰੀਏ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਅੱਜ ਦੇ ਟਾਈਮ 'ਚ ਸਾਈਕਲ ਇੰਡਸਟਰੀ ਦੀ 60% ਤੋਂ ਜ਼ਿਆਦਾ ਸੇਲ ਸਿਰਫ ਸਾਈਕਲ ਟੈਂਡਰਾਂ 'ਤੇ ਹੀ ਆਧਾਰਿਤ ਹੋ ਕੇ ਰਹਿ ਗਈ ਹੈ। ਇਹ ਸਾਰੇ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਫੀਕੋ ਦੇ ਪ੍ਰੈਜ਼ੀਡੈਂਟ ਨਾਲ, ਜਿਹੜੇ ਖੁਦ ਇੱਕ ਸਾਈਕਲ ਕਾਰੋਬਾਰੀ ਹੈਗੇ ਹੈ, ਗੁਰਮੀਤ ਸਿੰਘ ਕੁਲਾਰ। ਔਰ ਇਹਨਾਂ ਨਾਲ ਜਾਣਾਂਗੇ ਕਿ ਇੰਨੀ ਪੁਰਾਣੀ ਇੰਡਸਟਰੀ ਔਰ ਖ਼ਾਸ ਕਰਕੇ ਲੁਧਿਆਣਾ ਸ਼ਹਿਰ ਉਹ ਸ਼ਹਿਰ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਈਕਲ ਬਣਾਇਆ ਗਿਆ ਸੀਗਾ। ਅੱਜ ਵੀ 95% ਸਾਈਕਲ ਇੱਥੇ ਬਣਦਾ ਹੈ, ਪਰ ਇੱਥੇ ਦੇ ਮੰਦਹਾਲੀ ਹਾਲਤ ਕਿਉਂ ਇੱਦਾਂ ਦੇ ਹੈਗੇ ਹੈ ਕਿ ਸਾਈਕਲ ਇੰਡਸਟਰੀ ਸਿਰਫ ਸਾਈਕਲ ਟੈਂਡਰਾਂ 'ਤੇ ਹੀ ਫੋਕਸ ਹੋ ਕੇ ਰਹਿ ਗਈ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ।
ਜਿਹੜਾ ਇਹ ਦੌਰ ਇਸ ਵੇਲੇ ਗੁਜ਼ਰ ਰਿਹਾ ਸਾਈਕਲ ਇੰਡਸਟਰੀ ਵਾਸਤੇ ਬਹੁਤ ਵੱਡਾ ਇੱਕ ਕ੍ਰਾਈਸਿਸ ਆ ਕਿ ਜਿਹੜੀ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਦੇਸ਼ ਆ, ਪਰ ਅੱਜ ਜਿਹੜੀ ਡਿਮਾਂਡ ਆ ਸਾਈਕਲ ਤੇ ਸਾਈਕਲ ਪਾਰਟਸ ਦੀ ਉਹ ਬਹੁਤ ਘਟ ਗਈ ਆ। ਪਿੱਛੇ ਕੋਵਿਡ ਦੇ ਟਾਈਮ ਦੇ ਵਿੱਚ ਜਿਹੜੇ ਸਕੂਲ ਸੀਗੇ, ਸਕੂਲ ਦੀ ਗੱਲ ਕਰਦੇ ਹਾਂ ਅਸੀਂ, ਬੰਦ ਹੋ ਗਏ, ਕਾਲਜਿਸ ਬੰਦ ਹੋ ਗਏ, ਸਕੂਲ ਕਾਲਜਿਸ ਦੋਨੋਂ ਬੰਦ ਹੋ ਗਏ। ਸਕੂਲ ਕਾਲਜਿਸ ਬੰਦ ਹੋਣ ਦੇ ਨਾਲ ਬਹੁਤ ਵੱਡਾ ਇੰਪੈਕਟ ਪਿਆ ਸਾਈਕਲ ਇੰਡਸਟਰੀ ਦੇ ਉੱਤੇ, ਅਤੇ ਜਿਹੜੇ 32 ਕਰੋੜ ਲੋਕ ਆਪਣੇ ਜੌਬ 'ਤੇ ਆਪਣੇ ਕਾਰੋਬਾਰ ਕਰਨ ਲਈ ਪੈਦਲ ਜਾਂਦੇ ਸੀ, ਉਹਨਾਂ ਦੇ ਮਨ ਦੇ ਵਿੱਚ ਵੀ ਜਿਹੜਾ ਇੱਕ ਖਿਆਲ ਆਇਆ ਕਿ ਹਜੇ ਸਾਈਕਲ ਰੁੱਕ ਕੇ ਲੈ ਲਾਂਗੇ, ਅਤੇ ਜਿਹਦੇ ਕਰਕੇ ਜਿਹੜੀ ਸਾਈਕਲ ਇੰਡਸਟਰੀ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਆ ਗਈ। ਅੱਜ ਮੋਟਰਸਾਈਕਲ ਲੈਣਾ ਹੋਵੇ ਤਾਂ ਬਹੁਤ ਸਾਰੀਆਂ ਫੈਸਿਲਿਟੀਜ਼ ਆ ਜੀ, ਬੈਂਕਸ ਦੀਆਂ ਨੇ ਜੀ, NBFCs ਦੀਆਂ ਨੇ, ਆਪਸ਼ਨ ਆ ਕਿ ਤੁਹਾਡੇ ਕੋਲ 5000 ਰੁਪਈਆ ਤੁਸੀਂ 50,000 ਦਾ, ਲੱਖ ਰੁਪਏ ਦਾ ਮੋਟਰਸਾਈਕਲ ਖਰੀਦ ਸਕਦੇ ਹੋ ਜੀ। ਪਰ ਸਾਈਕਲ ਵਾਸਤੇ ਮਾਈਕਰੋ ਫਾਈਨਾਂਸ ਦੀ ਲੋੜ ਆ ਅੱਜ, ਅਗਰ ਸਾਈਕਲ ਇੰਡਸਟਰੀ ਨੂੰ ਉੱਪਰ ਲੈ ਕੇ ਜਾਣਾ। ਜਿਵੇਂ ਤੁਸੀਂ ਅੱਜ ਗੱਲਬਾਤ ਕਰਦੇ ਆ ਤਾਂ ਲੱਖ ਰੁਪਏ ਦਾ ਸਾਈਕਲ ਵੀ ਆਉਂਦਾ, ਕਿ ਉਸ ਸਾਈਕਲ ਨੂੰ ਵੀ ਖਰੀਦਣ ਲਈ ਫਾਈਨਾਂਸ ਨਹੀਂ ਹੈਗਾ? ਜਿਹੜਾ ਸਾਈਕਲ ਰੋਡਸਟਰ ਮਾਡਲ ਆ ਉਹਦੀ ਬਹੁਤ ਵੱਡੀ ਜਿਹੜੀ ਇਸ ਵੇਲੇ ਮਾਰਕੀਟ ਆ, ਪਰ ਉਹਦੀ ਡਿਮਾਂਡ ਨਹੀਂ ਹੈਗੀ। ਜਿਹੜਾ ਸਾਈਕਲ ਅਸੀਂ ਕਰਦੇ ਹਾਂ ਇੰਪੋਰਟਡ, ਜਿਹੜਾ ਲੱਖ ਰੁਪਏ ਦਾ, 5 ਲੱਖ ਦਾ, 10 ਲੱਖ ਰੁਪਏ ਦਾ, ਉਹ ਸਾਈਕਲ ਤਾਂ ਇੰਡੀਆ 'ਚ ਬਣਦਾ ਹੀ ਨਹੀਂ ਜੀ, ਅਤੇ ਸਾਨੂੰ ਉਹ ਟੈਕਨੋਲੋਜੀ ਵੀ ਲਿਆਉਣ ਦੀ ਲੋੜ ਆ। ਉਸ ਟੈਕਨੋਲੋਜੀ ਅਗਰ ਉਹ ਆਏਗੀ ਤਾਂ ਇੱਥੇ ਉਹਦੇ ਪਾਰਟਸ ਬਣਨੇ ਸ਼ੁਰੂ ਹੋਣਗੇ ਸਾਈਕਲ ਦੇ। ਜਦੋਂ ਸਾਈਕਲ ਦੇ ਪਾਰਟਸ ਬਣਨੇ ਸ਼ੁਰੂ ਹੋਣਗੇ ਤਾਂ ਇੱਥੇ ਇੰਡਸਟਰੀ ਡਿਵੈਲਪ ਹੋਏਗੀ। ਕੁਲਾਰ ਸਾਹਿਬ, ਆਪਾਂ ਨੂੰ ਨਹੀਂ ਲੱਗਦਾ ਕਿ ਆਪਾਂ ਕਹਿਣ ਨੂੰ ਤਾਂ ਕਹਿੰਦੇ ਆ ਪ੍ਰਾਊਡਲੀ ਕਿ ਵਰਲਡ ਦੀ ਸਭ ਤੋਂ ਵੱਡੀ ਲਾਰਜੈਸਟ ਸਾਈਕਲ ਮੈਨੂਫੈਕਚਰਰ ਕੰਪਨੀ ਸਾਡੀ, ਦੂਸਰੀ ਗੱਲ ਅਸੀਂ ਇਹ ਕਹਿੰਦੇ ਵਰਲਡ ਦੀ ਸਭ ਤੋਂ ਵੱਡੀ ਲਾਰਜੈਸਟ ਮੈਨੂਫੈਕਚਰਰ ਸਾਈਕਲ ਕੰਪਨੀ ਸਾਡੀ, ਸੈਕਿੰਡ ਲਾਰਜੈਸਟ ਮੈਨੂਫੈਕਚਰਰ ਅਸੀਂ, ਅਤੇ ਆਪਾਂ ਪ੍ਰਾਊਡਲੀ ਅੱਜ ਇਹ ਫੀਲ ਕਰ ਰਹੇ ਹਾਂ, ਕਹਿ ਰਹੇ ਹਾਂ ਕਿ ਅਸੀਂ ਉਹ ਸਾਈਕਲ ਬਣਾਉਂਦੇ ਹੀ ਨਹੀਂ। ਦੇਖੋ ਟੈਕਨੋਲੋਜੀ ਨਹੀਂ ਇੰਡੀਆ ਦੇ ਵਿੱਚ, ਤੁਸੀਂ ਬਣਾਉਣ ਦੀ ਗੱਲ ਕਰਦੇ ਹੋ। ਅੱਜ ਕਾਰਬਨ ਫਰੇਮ ਇੰਡੀਆ, ਕਸੂਰ ਕਿਹਦਾ ਮੰਨੀਏ? ਦੇਖੋ ਇਹ ਜਦੋਂ ਡਿਮਾਂਡ ਦੀ ਡਿਪੈਂਡ ਕਰਦਾ, ਜਿਹੜੀ ਸਾਡੇ ਲੋਕਾਂ ਦੀ ਡਿਮਾਂਡ ਸੀਗੀ ਉਹਨਾਂ ਸਾਈਕਲਾਂ ਦੀ ਹਜੇ ਉਹ ਡਿਮਾਂਡ ਨਹੀਂ ਆਈ ਜਿਹੜੀ ਕਿ ਆਉਣੀ ਚਾਹੀਦੀ ਸੀ। ਪਰ ਜਦੋਂ ਸਾਡੇ ਲੋਕ ਫੋਰਨ ਦੇ ਵਿੱਚ ਗਏ, ਚਾਈਨਾ, ਤਾਈਵਾਨ, ਯੂਰਪ, ਅਤੇ ਉੱਥੇ ਉਹ ਸਾਈਕਲ ਦੀ ਅਵੇਲੇਬਿਲਿਟੀ ਹੋਈ, ਤਾਂ ਅੱਜ ਹਾਈ ਐਂਡ ਸਾਈਕਲ ਜਿਹੜਾ ਵਾ ਉਹਦੀ ਇੱਕ ਡਿਮਾਂਡ ਨਿਕਲੀ, ਜਿਹਦੇ ਕਰਕੇ ਜਿਹੜੀ ਚਾਈਨਾ ਦੀ ਇੰਪੋਰਟ ਆ, ਚਾਈਨੀ ਸਾਈਕਲ ਦੀ ਇੰਪੋਰਟ ਬਹੁਤ ਜ਼ਿਆਦਾ ਵੱਧ ਗਈ। ਕੁਲਾਰ ਸਾਹਿਬ, ਮੈਂ ਇੱਥੇ ਥੋੜ੍ਹਾ ਜਿਹਾ ਤਕੱਲਫ ਕਰਾਂਗਾ। ਲੋਕ ਆਪਣੇ ਹੀ ਕੁਝ ਲੋਕ ਇਹ ਕਹਿੰਦੇ ਆ ਕਿ ਮੇਰੇ ਖਿਆਲ ਨਾਲ ਮੈਨੂੰ ਵੀ ਤੁਹਾਡੇ ਨਾਲ ਜੁੜਿਆ ਹੋਇਆ 15 ਕੁ ਸਾਲ ਹੋ ਗਏ ਕਿ ਮੈਂ ਦੇਖਦਾ ਕਿ 15 ਕੁ ਸਾਲ ਤੋਂ ਤਾਂ ਤੁਸੀਂ ਫਿੱਕੋ ਦੇ ਵਿੱਚ ਹੀ ਬਹੁਤ ਸਾਰੇ ਡੈਲੀਗੇਸ਼ਨ ਲੈ ਕੇ ਗਏ, ਪੂਰਾ ਚਾਈਨਾ, ਯੂਰਪ ਸਾਰੇ ਤੁਸੀਂ ਘੁਮਾਏ ਔਰ ਲੋਕਾਂ ਨੂੰ, ਇੰਡਸਟਰੀ ਨੂੰ ਰੂਬਰੂ ਕਰਾਇਆ ਕਿ ਕੀ ਇੰਡਸਟਰੀ 'ਚ ਫੇਰਬਦਲ ਹੋ ਰਿਹਾ। ਕਿ 15 ਸਾਲ ਦਾ ਟਾਈਮ ਬਹੁਤ ਨਹੀਂ ਸੀਗਾ ਕਿ ਆਪਾਂ ਉਸ ਇੰਡਸਟਰੀਆਂ ਨੂੰ ਦੇਖ ਕੇ ਇੱਥੇ ਉਹ ਟੈਕਨੋਲੋਜੀ ਨੂੰ ਡਿਵੈਲਪ ਕਰਤੇ? ਖਾਲੀ ਇੱਥੇ ਦੇ ਇੰਡਸਟਰੀਲਿਸਟ ਉੱਥੇ ਗਏ ਔਰ ਦੇਖ ਕੇ ਆ ਗਏ, ਮਤਲਬ ਉਹਨਾਂ ਨੇ ਬਣਾਇਆ ਨਹੀਂ, ਉਲਟਾ ਇੰਪੋਰਟ ਕਰਨੀ ਸ਼ੁਰੂ ਕਰ ਦਿੱਤੀ? ਨਹੀਂ ਸੰਦੀਪ ਜੀ, ਐਸੀ ਗੱਲ ਨਹੀਂ। ਘੱਟ ਤੋਂ ਘੱਟ ਮੈਂ 50 ਇੰਡਸਟਰੀਲਿਸਟਾਂ ਦੇ ਤੁਹਾਨੂੰ ਨਾਮ ਦੱਸ ਦਿੰਦਾ, 50 ਇੰਡਸਟਰੀਆਂ ਦਾ ਨਾਮ ਦੱਸ ਦਿੰਦਾ ਜਿਹੜੀਆਂ ਨੇ ਆਪਣੇ ਪ੍ਰੋਡਕਟ ਜਿਹੜੇ ਸੀਗੇ ਉਹ ਇੰਟਰਨੈਸ਼ਨਲ ਲੈਵਲ ਦੇ ਬਣਾਏ। ਅੱਜ ਮੈਂ ਗੱਲ ਕਰਦਾ ਅਮਰਵੀਲ ਨੇ ਜਿਹੜੀ ਚੇਨ ਵੀਲ ਔਰ ਕਰੈਂਕ ਬਣਾਇਆ, ਉਹਨੇ ਇੱਕ ਵਰਲਡ ਲੈਵਲ ਦਾ ਜਿਹੜਾ ਚੇਨ ਵੀਲ ਔਰ ਕਰੈਂਕ ਬਣਾਇਆ। ਅੱਜ ਮੈਂ ਗੱਲ ਕਰਾਂ ਮਨਜਿੰਦਰ ਸਿੰਘ ਸਚਦੇਵਾ ਜੀ ਨੇ ਅਲਾਏ ਫਰੇਮ ਬਣਾਇਆ, ਫੋਰਕ ਬਣਾਇਆ। ਅੱਜ ਮੈਂ ਗੱਲ ਕਰਦਾ SK ਅਗਰਵਾਲ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੀ ਬ੍ਰੇਕਸ ਬਣਾਈ। ਅੱਜ ਅਸੀਂ ਇੰਡੀਵਿਜੂਅਲ ਲੈਵਲ ਦੇ ਉੱਤੇ ਤਾਂ ਕਰ ਰਹੇ ਹਾਂ, ਪਰ ਸਰਕਾਰਾਂ ਦੇ ਲੈਵਲ 'ਤੇ ਕਿਤੇ ਨਾ ਕਿਤੇ ਸਾਨੂੰ ਇਸ ਇੰਡਸਟਰੀਲਾਈਜੇਸ਼ਨ ਕਰਨ ਵਾਸਤੇ ਟੈਕਨੋਲੋਜੀ ਟਰਾਂਸਫਰ ਦੀ ਲੋੜ ਆ। ਟੈਕਨੋਲੋਜੀ ਹਮੇਸ਼ਾ ਸਰਕਾਰਾਂ ਦੇ ਲੈਵਲ ਦੇ ਉੱਤੇ ਟਰਾਂਸਫਰ ਹੁੰਦੀ ਆ, ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੀ ਟੈਕਨੋਲੋਜੀ ਟਰਾਂਸਫਰ ਹੋਣੀ ਬਹੁਤ ਮੁਸ਼ਕਿਲ ਆ। ਜਿਸ ਚੀਜ਼ ਦੇ ਉੱਤੇ ਸਰਕਾਰਾਂ ਨੇ ਸਪੋਰਟ ਕੀਤਾ, ਟੈਕਨੋਲੋਜੀ ਟਰਾਂਸਫਰ ਹੋਈ। ਅੱਜ ISO 6742 ਰਿਫਲੈਕਟਰ ਇੰਡੀਆ 'ਚ ਬਣ ਰਿਹਾ, ਉਹ ਟੈਕਨੋਲੋਜੀ ਟਰਾਂਸਫਰ ਹੋਈ। ਜਰਮਨ ਤੋਂ ਅਗਰ ਬੁਸ਼ਲ ਕੰਪਨੀ ਨੇ ਆਪਣੀ ਟੈਕਨੋਲੋਜੀ ਦਿੱਤੀ ਤਾਂ ਅੱਜ ਇੰਡੀਆ ਦੇ ਵਿੱਚ ਬਣ ਰਹੀ ਆ। ਅੱਜ ਐਕਸਟਰੂਡਰ ਲੱਗੇ ਜਿਹੜੇ ਕਿ ਐਲੂਮੀਨੀਅਮ ਦੇ। ਮੈਂ ਗੱਲ ਕਰਦਾ, ਪਰ ਅੱਜ ਜੇਕਰ ਅਸੀਂ ਉਸ ਚੀਜ਼ ਨੂੰ ਬਣਾਉਣਾ ਤਾਂ ਸਾਡੇ ਜਿਹੜੇ ਵੱਡੇ ਆਈਕਨ ਯੂਨਿਟ ਆ ਉਹਨਾਂ ਨੂੰ MSME ਦੀ ਹੈਂਡ ਹੋਲਡਿੰਗ ਕਰਨੀ ਪਏਗੀ। ਸੋ ਤੁਸੀਂ ਕਿਤੇ ਨਾ ਕਿਤੇ ਇਹ ਮੰਨਦੇ ਹੋ ਸਾਡੇ ਜਿਹੜੇ ਆਈਕਨ ਯੂਨਿਟਸ ਹੈ ਕਿਤੇ ਨਾ ਕਿਤੇ ਉਹਨਾਂ ਨੇ ਵੀ ਲੀਡਰਸ਼ਿਪ ਨਹੀਂ ਲਿੱਤੀ ਟੈਕਨੋਲੋਜੀ ਟਰਾਂਸਫਰ ਕਰਨ ਦੀ? ਕਿਉਂਕਿ ਠੀਕ ਹੈ ਸਰਕਾਰਾਂ ਦੀ ਲੋੜ MSME ਨੂੰ ਤਾਂ ਹੋ ਸਕਦੀ ਹੈ, ਕਿ ਆਈਕਨ ਯੂਨਿਟਾਂ ਨੂੰ ਵੀ ਜ਼ਰੂਰਤ ਸੀਗੀ?
ਨਹੀਂ, ਆਈਕਨ ਯੂਨਿਟ ਜਿਹੜੇ ਆ ਉਹਨਾਂ ਨੇ MSME ਦੀ ਬਹੁਤ ਵੱਡੀ ਸਪੋਰਟ ਕੀਤੀ ਹੈ। ਅਗਰ ਅੱਜ ਕੋਈ ਟੈਂਡਰ ਆਉਂਦਾ ਤਾਂ ਉਹਦਾ ਸਭ ਤੋਂ ਵੱਡਾ ਫਾਇਦਾ MSME ਨੂੰ ਹੁੰਦਾ। ਸਰ ਗੱਲ ਤਾਂ ਮੈਂ ਫਿਰ ਉੱਥੇ ਹੀ ਆ ਗਈ ਕਿ ਆਪਾਂ ਬੈਠੇ ਹਾਂ 21ਵੀਂ ਸਦੀ 'ਚ, ਗੱਲਬਾਤ ਕਰਦੇ ਹਾਂ ਕਿ ਰਫੇਲ ਵਰਗੇ ਹਵਾਈ ਜਹਾਜ਼ਾਂ ਨਾਲ ਆਪਣੇ ਆਪ ਨੂੰ ਸਰਪਲਸ ਕਰਨ ਦੀ ਟੈਕਨੋਲੋਜੀ, ਆਈਪੈਡ ਵੀ ਅਸੀਂ ਹੰਢਾਤੇ, ਪ੍ਰੋ ਆਈਫੋਨ ਦੀ ਗੱਲਬਾਤ ਕਰੀਏ, ਮਰਸੀਡੀਜ਼ ਗੱਡੀਆਂ ਹੰਢਾਤੀਆਂ। ਪਰ ਜੇ ਗੱਲਬਾਤ ਕਰੀਏ ਤਾਂ ਸਾਡੇ ਸਾਈਕਲ ਇੰਡਸਟਰੀ ਦਾ 60 ਤੋਂ ਜ਼ਿਆਦਾ % ਸੇਲ ਅੱਜ ਵੀ ਅਸੀਂ ਸਾਈਕਲ ਟੈਂਡਰ, ਜੇ ਸਾਈਕਲ ਟੈਂਡਰ ਨਹੀਂ, ਦਿਲ 'ਤੇ ਹੱਥ ਰੱਖ ਕੇ ਕਹੋ, ਤੁਹਾਡੀ ਇੱਕ ਸਟੇਟਮੈਂਟ ਤੁਸੀਂ ਮੈਨੂੰ ਹੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਦੌਰ ਨਹੀਂ ਦੇਖਿਆ ਅੱਜ ਤੱਕ। ਤੇ ਕੀ ਆਪਾਂ ਸਾਈਕਲ ਟੈਂਡਰ ਆਉਣਗੇ ਤੇ ਸਾਡੀ ਸਾਈਕਲ ਇੰਡਸਟਰੀ ਚੱਲੇਗੀ? ਮਤਲਬ ਚੱਲੇਗੀ ਨਹੀਂ। ਦੇਖੋ, ਜੇ ਟੈਂਡਰ ਨਹੀਂ ਨਾ ਆਉਣਗੇ ਤਾਂ ਮਾਰਕੀਟ ਦੇ ਵਿੱਚ ਬਹੁਤ ਵੱਡੀ ਡਿਮਾਂਡ ਆ ਜਾਏਗੀ ਸੰਦੀਪ ਜੀ। ਕਿਉਂਕਿ ਜਦੋਂ ਜਿਹਨੂੰ ਪਤਾ ਲੱਗੇ ਕਿ ਮੈਨੂੰ ਚੀਜ਼ ਫ੍ਰੀ 'ਚ ਮਿਲਣੀ ਆ ਤਾਂ ਉਹ ਆਪਣੀ ਪਰਚੇਜ਼ ਕਰਨੀ ਬੰਦ ਕਰ ਦਿੰਦਾ। ਸੋ ਇਸ ਕਰਕੇ ਜਿਹੜੀ ਇਹ ਜੇਕਰ ਟੈਂਡਰ ਨਹੀਂ ਆਉਣਗੇ ਤਾਂ ਮਾਰਕੀਟ ਦੇ ਵਿੱਚ ਬਹੁਤ ਵੱਡਾ ਉਛਾਲ ਆਏਗਾ। ਅੱਜ ਉਹੀ ਤਾਂ ਪੁੱਛਣਾ ਚਾਹ ਰਿਹਾ, ਫਿਰ ਟੈਂਡਰ ਸਾਡੇ ਲਈ ਫਾਇਦੇਮੰਦ ਹੈ ਜਾਂ ਨੁਕਸਾਨਮੰਦ ਹੈ? ਸਾਡੀ ਇੰਡਸਟਰੀ ਨੂੰ ਮਾਰ ਰਿਹਾ ਜਾਂ ਕੀ ਕਰ ਰਿਹਾ? ਨਹੀਂ, ਟੈਂਡਰ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਸਪੋਰਟ ਦੇ ਰਿਹਾ ਵਾ ਜੀ। ਟੈਂਡਰ ਜਿਹੜਾ ਅੱਜ ਇੱਕ ਪਾਸੇ ਹੁਣੇ ਤੁਸੀਂ ਕਿਹਾ ਕਿ ਜੇ ਟੈਂਡਰ ਨਹੀਂ ਆਉਣਗੇ ਤੇ ਮਾਰਕੀਟ 'ਚ ਬਹੁਤ ਵੱਡੀ ਡਿਮਾਂਡ ਹੋਏਗੀ, ਤੇ ਫਿਰ ਉਦੋਂ ਤਾਂ ਫੈਂਸੀ ਸਾਈਕਲ ਵੀ ਵਿਕੇਗਾ ਜਾਂ ਹੋਰ ਵੀ ਵਿਕੇਗਾ? ਫੈਂਸੀ ਸਾਈਕਲ ਤਾਂ ਵਿਕ ਰਿਹਾ। ਮੈਂ ਤੁਹਾਡੇ ਨਾਲ ਸੰਦੀਪ ਜੀ ਰੋਡਸਟਰ ਮਾਡਲ ਦੀ ਗੱਲ ਕਰ ਰਿਹਾ ਵਾ। ਚਲੋ ਜੀ, ਫ੍ਰੀ ਨਹੀਂ ਮਿਲੇਗਾ ਟੈਂਡਰ 'ਚ ਤਾਂ ਵਿਕੇਗਾ। ਜੇ ਫ੍ਰੀ ਨਹੀਂ ਮਿਲੇਗਾ ਤਾਂ ਫਿਰ ਵਿਕੇਗਾ, ਚਾਹੇ ਸਰਕਾਰ ਦੇ ਥਰੂ ਵਿਕ ਗਿਆ ਚਾਹੇ ਡਾਇਰੈਕਟ ਵਿਕ ਗਿਆ ਜੀ, ਦੋਨੋਂ ਪਾਸੇ ਵਿਕਿਆ, ਲੇਕਿਨ ਵਿਕੇਗਾ। ਪਰ ਪਿਛਲਾ ਸਮਾਂ ਕੋਵਿਡ ਕਰਕੇ ਕਾਲਜਸ ਸਕੂਲਸ ਬੰਦ ਰਹੇ, ਜਿਹਦੇ ਕਰਕੇ ਸਾਈਕਲ ਦੀ ਡਿਮਾਂਡ ਬਹੁਤ ਜ਼ਿਆਦਾ ਘਟੀ ਤੇ ਜਿਹਦੇ ਕਰਕੇ ਅੱਜ ਜਿਹੜੀ ਉਹ ਡਿਮਾਂਡ ਹਜੇ ਨਿਕਲਣੀ ਨਹੀਂ ਸ਼ੁਰੂ ਹੋਈ। ਪਰ ਗਵਰਨਮੈਂਟਸ ਨੇ ਜਿਹੜੇ ਟੈਂਡਰ ਆਪਣੇ ਲਗਾਉਣੇ ਸ਼ੁਰੂ ਕਰਤੇ, ਜਿਹਦੇ ਨਾਲ ਇੱਕ ਸਾਈਕਲ ਇੰਡਸਟਰੀ ਨੂੰ ਆਸ ਦੀ ਕਿਰਨ ਜਾਗੀ। ਸਰ, ਲੋਕ ਤਾਂ ਇਹ ਵੀ ਕਹਿ ਰਹੇ ਆ ਦੱਬੀ ਜ਼ੁਬਾਨ ਨਾਲ, ਕੁਝ ਤੁਹਾਡੇ ਹੀ ਭਰਾ ਹੈਗੇ ਆ, ਠੀਕ ਹੈ, ਉਹ ਇਹ ਵੀ ਕਹਿ ਰਹੇ, ਕਹਿੰਦੇ ਕੁਲਾਰ ਸਾਹਿਬ ਸਭ ਨੂੰ ਸਾਨੂੰ ਲੈ ਕੇ ਗਏ ਫੋਰਨ ਦੇ ਵਿੱਚ ਟੂਰ 'ਤੇ, ਲੋਕਾਂ ਨੇ ਉੱਥੇ ਲਿਆ ਕੇ ਟੈਕਨੋਲੋਜੀ ਟਰਾਂਸਫਰ ਕਰਨਗੇ। ਟੈਕਨੋਲੋਜੀ ਦਾ ਕੀ ਟਰਾਂਸਫਰ ਕਰਨੀ ਸੀ? ਉਹਨਾਂ ਨੇ ਇੰਪੋਰਟ ਕਰਕੇ ਆਪ ਹੀ, ਔਰ ਇਹਨਾਂ ਵਿੱਚ ਜ਼ਿਆਦਾਤਰ ਨਾਮ ਜਿਹੜੇ ਪ੍ਰਧਾਨਾਂ ਦੇ ਹੀ ਆ ਰਹੇ ਹੈ। ਕੀ ਇਹ ਗੱਲ ਵੀ ਸੱਚੀ ਹੈ? ਦੇਖੋ, ਹਰ ਇੱਕ ਕੋਲੇ ਰਾਈਟ ਆ। ਇਹ ਜਿਹੜਾ ਗਲੋਬਲ ਵਰਲਡ ਆ, ਅਸੀਂ ਜਿੱਥੋਂ ਮਰਜ਼ੀ ਇੰਪੋਰਟ ਕਰ ਸਕਦੇ ਹਾਂ, ਪਰ ਸਾਨੂੰ ਪਾਰਟਸ ਜਿਹੜੇ ਇੰਪੋਰਟ ਕਰਨ ਦੀ ਬਜਾਏ ਸਾਨੂੰ ਜਿਹੜਾ ਹੈਗਾ ਵਾ ਮਸ਼ੀਨਰੀ ਇੰਪੋਰਟ ਕਰਨ ਦੀ ਲੋੜ ਆ, ਤਾਂ ਕਿ ਸਾਡੇ ਇੱਥੇ ਇੰਡੀਆ ਦੀ ਇੰਡਸਟਰੀ ਨੂੰ ਉਹਦਾ ਬੂਸਟ ਮਿਲੇ ਜੀ। ਗੱਲਬਾਤ ਕਰੀਏ ਤਾਂ ਤੁਸੀਂ ਇੱਕ ਵਿਸ਼ਕਰਮਾ ਵੰਸ਼ੀ ਹੈਗੇ ਹੋ, ਔਰ ਵਿਸ਼ਕਰਮਾ ਵੰਸ਼ੀਆਂ ਨੂੰ ਕਹਿੰਦੇ ਇੱਕ ਹੁਨਰ ਹੈਗਾ ਕਿ ਉਹ ਕੁਝ ਵੀ ਦੇਖਦੇ ਸੀ ਤੇ ਇੱਥੇ ਬਣਾ ਦਿੰਦੇ ਸੀ। ਤੇ ਵਿਸ਼ਕਰਮਾ ਵੰਸ਼ੀ ਜਦੋਂ ਇਸ ਵਾਰੀ ਉੱਥੇ ਗਏ ਤੇ ਉਹ ਆਪਣੀ ਤਾਕਤ ਕਿਉਂ ਭੁੱਲ ਗਏ? ਉੱਥੋਂ ਇੰਪੋਰਟ ਕਰਨਾ ਹੀ ਸ਼ੁਰੂ ਕਰਤੀ ਵਿਸ਼ਕਰਮਾ ਵੰਸ਼ੀਆਂ ਨੇ ਤੇ ਇੱਥੇ ਬਣਾਉਣਾ ਬੰਦ ਕਰ ਦਿੱਤਾ। ਇਹ ਕਿਉਂ? ਮੈਂ ਤੁਹਾਨੂੰ ਸੰਦੀਪ ਜੀ ਫੇਰ ਕਹਿ ਰਿਹਾ, ਮੈਂ ਤੁਹਾਨੂੰ 50 ਯੂਨਿਟਾਂ ਦੇ ਨਾਮ ਕਰ ਦਿੰਦਾ ਜਿਹੜੇ ਮੈਨੂੰ ਤੁਸੀਂ ਤੁਹਾਡੇ ਵਰਗੇ ਸਮਝਦਾਰ ਨਹੀਂ ਦੱਸਿਆ ਕਿ ਜਿਹੜਾ ਇੱਕ ਸਾਈਕਲ ਬਣਾਉਣ 'ਚ ਲਗਭਗ 400 ਪ੍ਰੋਡਕਟ ਲੱਗਦੇ ਆ, 400 ਪਾਰਟਸ ਲੱਗਦੇ ਆ, ਤੇ 50 ਬਣਾ ਲਏ ਆਪਾਂ, ਕਿੰਨੇ % ਦੀ ਗੱਲ? ਮੈਂ ਤੁਹਾਨੂੰ ਕਹਿ ਰਿਹਾ 50 ਯੂਨਿਟਾਂ ਨੇ ਕਰ ਲਏ, 50 ਪਾਰਟ ਨਹੀਂ ਬਣੇ ਹਜੇ ਮੈਂ ਗੱਲ ਕਰਦਾ, ਹਜੇ ਪਾਰਟ ਤਾਂ ਇੰਡੀਆ ਦੇ ਵਿੱਚ ਵੱਧ ਤੋਂ ਵੱਧ 30 ਬਣੇ ਹੋਣੇ ਆ। ਪਰ ਹੌਲੀ ਹੌਲੀ ਜਿਹੜੀ ਉਹ ਚੀਜ਼ ਇੱਥੇ ਆ ਰਹੀ ਆ, ਜੇ ਅਸੀਂ ਕਹੀਏ ਇੱਕ ਦਿਨ ਦੇ ਵਿੱਚ, ਤਾਂ ਉਹ ਸਰਕਾਰਾਂ ਦੇ ਲੈਵਲ ਦੇ ਉੱਤੇ ਹੋਏਗੀ ਟੈਕਨੋਲੋਜੀ ਟਰਾਂਸਫਰ। ਕੁਲਾਰ ਸਾਹਿਬ 15 ਸਾਲ ਤੋਂ ਮੈਂ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਲੈ ਕੇ ਜਾ ਰਹੇ ਹੋ। ਤਾਈਵਾਨ, ਚਾਈਨਾ ਆਪਣੀ ਫੈਕਟਰੀ ਦੇ ਅੰਦਰ ਟੈਕਨੋਲੋਜੀ ਦੇਖਣ ਵਾਸਤੇ ਨਹੀਂ ਵੜਨ ਦਿੰਦੇ ਜੀ। ਹਾਂ, ਮੈਂ ਤੁਹਾਨੂੰ ਦੱਸਦਾ, ਤੁਸੀਂ ਸਾਡੇ ਨਾਲ ਕਿਸੇ ਟੂਰ ਦੇ ਵਿੱਚ ਜਾ ਕੇ ਦੇਖੋ, ਉਹ ਲੋਕ ਆਪਣਾ ਟ੍ਰੇਡ ਸੀਕ੍ਰੇਟ ਰੱਖਦੇ ਆ। ਉਹ ਮੇਲਿਆਂ 'ਚ ਤਾਂ ਤੁਸੀਂ ਜਾਂਦੇ ਹੋ, ਉੱਥੇ ਤਾਂ ਉਹ ਸਾਰਾ ਟੈਕਨੋਲੋਜੀ ਨੂੰ ਡਿਸਪਲੇ ਵੀ ਕਰਦੇ ਆ। ਜਿਹੜੀ ਮੇਲਿਆਂ ਦੇ ਵਿੱਚ ਟੈਕਨੋਲੋਜੀ ਦੇਖਣ ਦੇ ਨਾਲ ਟੈਕਨੋਲੋਜੀ ਟਰਾਂਸਫਰ ਨਹੀਂ ਹੋ ਸਕਦੀ ਹੈਗੀ ਜੀ। ਨਹੀਂ, ਪਰ ਅੱਜ ਕੱਲ੍ਹ ਅਸੀਂ ਦੇਖਿਆ ਕਿ ਤੁਹਾਡੇ ਵਰਗੇ ਜਿਹੜੇ ਵਧੀਆ ਯੂਨਿਟ ਹੁੰਦੇ ਆ, ਹਾਈ ਕਲਾਸ ਯੂਨਿਟ ਆ, ਉਹ ਨਾਲ ਟੈਕਨੋਲੋਜੀ ਦਾ ਉੱਥੇ B2B ਰੱਖ ਲਈਏ, ਪਰ ਉਹ ਅਸੀਂ ਉਹਦਾ ਸੀਕ੍ਰੇਟ ਆਪਦੇ ਕੋਲੇ ਰੱਖਦੇ ਹਾਂ। ਸੀਕ੍ਰੇਟ ਨਹੀਂ ਅਸੀਂ ਦੱਸਦੇ ਵੀ ਸਾਡਾ ਪ੍ਰੋਡਕਟ ਜਿਹੜਾ ਅਸੀਂ ਸਟੇਨਲੈਸ ਸਟੀਲ ਰਿਮ ਬਣਾਇਆ, ਅਸੀਂ ਉਹਦਾ ਇਹ ਥੋੜ੍ਹੀ ਲਗਾ ਦੇਵਾਂਗੇ ਕਿ ਸੀਕ੍ਰੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਅਸੀਂ ਨਹੀਂ ਕਰਦੇ। ਉਹਦਾ ਕਿਹੜਾ ਮਟੀਰੀਅਲ ਆ ਇਹ ਕਿ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਮਦਰ ਇੰਡਸਟਰੀ, ਜਿਵੇਂ ਮਸ਼ੀਨ ਟੂਲ ਦੇ ਵਿੱਚ ਜਦੋਂ ਜਾਂਦੇ ਤੇ ਉੱਥੇ ਦਿਖਾਇਆ ਜਾਂਦਾ, ਕਿਉਂਕਿ ਹਰ ਤਰ੍ਹਾਂ ਦੇ ਬਾਇਰ ਹੈ। ਇਹ ਤਾਂ ਨਹੀਂ ਵਿੱਚ ਤਾਂ ਦਿਖਾਇਆ ਜਾਂਦਾ ਕਿ ਪ੍ਰੋਡਕਟ ਕੀ ਬਣਨਾ, ਪਰ ਜਿਹੜਾ ਪ੍ਰੋਡਕਟ ਅਸੀਂ ਆਪਣੀ ਫੈਕਟਰੀ 'ਚ, ਉਹਦਾ ਨਾ ਤਾਂ ਚਾਈਨੀਜ਼, ਨਾ ਤਾਈਵਾਨੀਜ਼, ਨਾ ਯੂਰਪੀਅਨ, ਕੋਈ ਵੀ ਆਪਣਾ ਟ੍ਰੇਡ ਸੀਕ੍ਰੇਟ ਜਿਹੜਾ ਹੈਗਾ ਉਹ ਸ਼ੇਅਰ ਨਹੀਂ ਕਰਦਾ ਹੈਗਾ। ਸੋ ਕੁੱਲ ਮਿਲਾ ਕੇ ਆਪਾਂ ਇਹ ਮੰਨੀਏ ਕਿ ਸਾਈਕਲ ਇੰਡਸਟਰੀ ਇੱਦਾਂ ਹੀ ਰਹੇਗੀ ਔਰ ਇੱਦਾਂ ਹੀ ਸਰਕਾਰੀ ਟੈਂਡਰਾਂ ਦੀ ਹੀ ਮੁਹਤਾਜ ਰਹੇਗੀ? ਨਹੀਂ ਰਹੇਗੀ। ਹੌਲੀ ਹੌਲੀ ਟਾਈਮ ਆ ਰਿਹਾ। ਇਸ ਵੇਲੇ ਲੋਕ ਜਿਹੜੇ ਆ 15 ਸਾਲ ਤਾਂ ਬੀਤ ਗਏ ਕੁਲਾਰ ਸਾਹਿਬ, ਹੋ ਸਕਦਾ 15 ਸਾਲ ਹੋਰ ਬੀਤ ਜਾਣ। ਮਤਲਬ ਇੰਨਾ ਵੱਡਾ ਪੜਾਅ ਹੈ। ਜਿਹੜਾ ਸਾਈਕਲ ਇੰਡਸਟਰੀ ਦਾ ਬਹੁਤ ਵੱਡਾ ਸਕੋਪ ਆ ਵਰਲਡ ਦੇ ਵਿੱਚ। ਜਿਹੜੀ ਅੱਜ ਜਿਹੜੀ ਗਲੋਬਲਾਈਜੇਸ਼ਨ ਹੋ ਰਹੀ ਹੈ, ਉਹਦੇ ਵਿੱਚ ਅਗਰ ਗੱਲ ਕਰੀਏ ਕਿ ਸਾਈਕਲ ਜਿਹੜਾ ਵਾ ਉਹ 25 ਲੱਖ ਰੁਪਏ ਦਾ ਵੀ ਬਣ ਰਿਹਾ,
ਅੱਜ ਮਰਸੀਡੀਜ਼ ਕੰਪਨੀ ਸਾਈਕਲ ਬਣਾ ਰਹੀ ਹੈ। ਬਹੁਤ ਅੱਛੀ ਗੱਲ ਕੀਤੀ ਗੁਲਾਬ ਸਾਹਿਬ, ਤੁਸੀਂ ਬੜਾ ਵਧੀਆ ਸੱਚ ਬੋਲੇ ਕਿ ਹੋ ਸਕਦਾ 15 ਸਾਲ ਲੱਗ ਜਾਣ, ਪਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਕੀ ਚਲੋ ਸਾਨੂੰ ਤਾਂ 15 ਸਾਲ ਹੋਰ ਲੱਗ ਸਕਦੇ ਆ, ਕਿ ਜਿਹੜੇ ਬਾਕੀ ਹੋਰ ਦੇਸ਼ ਹੈ ਏਸ਼ੀਅਨ ਕੰਟਰੀਜ਼ ਹੈ, ਜਿਵੇਂ ਆਪਾਂ ਤੁਸੀਂ ਉਹਨੇ ਦੱਸਿਆ ਕਿ ਬਹੁਤ ਸਾਰੇ ਵੀਅਤਨਾਮ ਵਰਗੇ ਹੋਰ ਕੰਟਰੀਜ਼ ਨੂੰ ਜਿਹੜਾ ਮੌਕਾ ਮਿਲ ਗਿਆ, ਜਿਹੜੇ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਹੇ ਹੈ, ਕੀ ਉਹ ਵੇਟ ਕਰਨਗੇ ਕਿ ਪਹਿਲਾਂ ਇੰਡੀਆ 15 ਸਾਲ ਕੱਢ ਲਵੇ ਫਿਰ ਆਪਾਂ ਕਰੀਏ? ਇਹ ਇੱਦਾਂ ਤਾਂ ਨਹੀਂ ਹੋਏਗਾ ਕਿਤੇ ਆਪਾਂ 15 ਸਾਲ ਵੇਟ ਕਰਦੇ ਰਹਿ ਜਾਈਏ, ਉਹ ਇੱਕਾ ਦੁੱਕਾ ਸਾਲ 'ਚ ਕੱਲ੍ਹ ਨੂੰ ਅੱਜ ਅਸੀਂ ਇਹ ਪ੍ਰਾਊਡਲੀ ਬੋਲ ਰਹੇ ਹਾਂ ਕਿ ਆਪਾਂ ਸੈਕਿੰਡ ਵਰਲਡ ਦੇ ਲਾਰਜੈਸਟ ਮੈਨੂਫੈਕਚਰਰ ਹੈ, ਪਤਾ ਲੱਗੇ ਅਗਲੇ ਸਾਲ ਤੱਕ ਆਪਾਂ 3rd 'ਤੇ ਪਹੁੰਚ ਗਏ, ਉਸ ਤੋਂ ਅਗਲੇ ਸਾਲ ਤੱਕ 4ਥੇ 'ਤੇ, ਕਿਉਂਕਿ ਉਹਨਾਂ ਦੀ ਤਾਂ ਸਪੀਡ ਰੋਕੇ 'ਤੇ ਨਹੀਂ ਰੁਕਦੀ। ਸੰਦੀਪ ਜੀ ਹਜੇ ਤਾਂ 1st ਔਰ 2nd ਦੇ ਵਿੱਚ ਹੀ ਬਹੁਤ ਡਿਫਰੈਂਸ ਆ। ਮੈਂ ਤਾਂ ਹੀ ਤਾਂ 25 ਕਰੋੜ ਸਾਈਕਲ ਤੇ ਸਾਡਾ 1.5 ਕਰੋੜ ਸਾਈਕਲ। ਮੈਂ ਤੁਹਾਡੀ ਗੱਲ ਤੋਂ ਹੀ ਕਹਿ ਰਿਹਾ 1.5 ਕਰੋੜ ਬਣਾਉਣਾ, ਸਾਨੂੰ ਇਹ ਪਤਾ ਲੱਗੇ ਕਿ ਅਸੀਂ 2nd ਨਾ ਰਹਿ ਕੇ 3rd 4th ਤੇ ਹੋ ਗਏ, ਕਿਉਂਕਿ ਅਸੀਂ ਅਜੇ ਬਹੁਤ ਦੇਰ 2nd ਤੇ ਹੀ ਰਵਾਂਗੇ। ਅੱਛਾ ਹਾਂ, ਅਜੇ ਬਹੁਤ ਦੇਰ 2nd ਤੇ ਰਵਾਂਗੇ। ਅਗਰ ਅਸੀਂ 24 ਕਰੋੜ ਸਾਈਕਲ ਵੀ ਬਣਾ ਲਈਏ ਤਾਂ ਵੀ ਅਸੀਂ 2nd ਨੰਬਰ ਤੇ ਰਵਾਂਗੇ। ਨਹੀਂ ਵੀਰ ਜੀ, ਮੈਂ ਤੁਹਾਡੀ ਗੱਲ ਬਿਲਕੁਲ ਠੀਕ ਕਹਿੰਦਾ, ਤੁਸੀਂ ਤਾਂ 1.5 ਕਰੋੜ ਬਣਾ ਰਹੇ ਹੋ। 1.5 ਕਰੋੜ ਦੀ ਫਿਗਰ ਵੀ ਮੈਨੂੰ ਮੇਰੇ ਖਿਆਲ 10 ਕੁ ਸਾਲ ਤੋਂ ਮੈਂ ਸੁਣ ਰਿਹਾ, ਜਿੱਥੇ ਤੱਕ ਮੈਂ ਤੁਹਾਡੇ ਨਾਲ ਜੁੜਿਆ। ਮੈਂ ਇਹ ਕਹਿ ਰਿਹਾ ਜਿਹੜੇ ਵੀਅਤਨਾਮ ਜਾਂ ਹੋਰ ਬੈਂਕਾਕ ਵਰਗੇ ਵੀ ਜਿਹੜੇ ਟਰੈਵਲ ਇੰਡਸਟਰੀ 'ਤੇ ਸੀ, ਉਹ ਵੀ ਇੰਡਸਟਰੀ 'ਤੇ ਆ ਗਏ, ਉਹ ਵੀ ਨਹੀਂ ਬਣਾਉਂਦੇ। ਸਰ ਮੈਂ ਕਹਿੰਦਾ ਸ਼ਾਇਦ ਨਹੀਂ ਮੈਂ ਕਿਹਾ ਮੈਂ ਤੁਹਾਨੂੰ ਗੱਲ ਕਰ ਰਿਹਾ, ਜਿਹੜਾ ਸਾਈਕਲ ਇੰਡੀਆ ਬਣਾ ਰਿਹਾ ਉਹ ਵੀਅਤਨਾਮ ਨਹੀਂ ਬਣਾ ਰਿਹਾ, ਉਹ ਬਲੈਕ ਸਾਈਕਲ ਨਹੀਂ ਬਣਾ ਰਹੇ ਉਹ ਸਾਈਕਲ। ਆਪਾਂ ਤੁਸੀਂ ਕਹਿ ਰਹੇ ਹੋ ਨਾਲੇ ਤੁਸੀਂ ਟੈਕਨੋਲੋਜੀ ਨੂੰ ਟ੍ਰਾਂਸਫਰ ਕਰਨ ਦੀ ਗੱਲ ਕਰ ਰਹੇ ਹੋ, ਤੁਸੀਂ ਮੈਨੂੰ ਕਿਹਾ ਸਰ ਟੈਕਨੋਲੋਜੀ ਟ੍ਰਾਂਸਫਰ ਕਰਕੇ ਵੀ ਆਪਾਂ ਬਲੈਕ ਸਾਈਕਲ ਤਾਂ ਨਹੀਂ ਬਣਾਵਾਂਗੇ, ਆਪਾਂ ਤਾਂ ਦੂਸਰੇ ਟੈਕਨੋਲੋਜੀ ਟ੍ਰਾਂਸਫਰ ਤਾਂ ਹਾਈ ਐਂਡ ਸਾਈਕਲ ਦੀ ਗੱਲ ਕਰ ਰਹੇ ਹਾਂ। ਹਾਂਜੀ, ਕਿ ਹਾਈ ਐਂਡ ਕਾਰਬਨ ਫਰੇਮ, ਅਲਾਏ ਸਾਈਕਲ, ਮੈਗਨੀਸ਼ੀਅਮ, ਟਿਟੇਨੀਅਮ, ਉਹਨਾਂ ਸਾਈਕਲਸ ਦੀ ਲੋੜ ਆ ਟੈਕਨੋਲੋਜੀ ਟ੍ਰਾਂਸਫਰ। ਪਰ ਉਹ ਸਾਡੇ ਕੋਲੇ ਟੈਕਨੋਲੋਜੀ ਨਹੀਂ, ਹਾਈਡਰੋਫਾਰਮਿੰਗ ਟੈਕਨੋਲੋਜੀ ਆ, ਉਹ ਸਾਡੇ ਇੰਡੀਆ 'ਚ ਅਵੇਲੇਬਲ ਨਹੀਂ। ਹੁਣ ਸਾਡੇ ਇੱਕ ਯੂਨਿਟ ਨੇ ਉਹ ਟੈਕਨੋਲੋਜੀ ਇੰਡੀਆ ਦੇ ਵਿੱਚ ਅਡੈਪਟ ਕੀਤੀ ਹੈ, ਹੈਨਕਨ ਬਾਈਕਸ ਨੇ, ਉਹਨੇ ਫੋਕਲ ਪੁਆਇੰਟ ਦੇ ਵਿੱਚ ਲੁਧਿਆਣੇ ਦਾ ਯੂਨਿਟ ਆ, ਉਹਨਾਂ ਨੇ ਕੀਤੀ ਹੈ। ਪਰ ਜੇ ਤੁਸੀਂ ਕਹੋ ਰੋਮ ਵਾਜ਼ ਬਿਲਟ ਇਨ ਅ ਡੇ, ਇਟ ਇਜ਼ ਨਾਟ ਪੋਸੀਬਲ, ਇਟ ਵਿਲ ਟੇਕ ਟਾਈਮ ਟੂ ਡਿਵੈਲਪ ਦੈਟ। ਆਈ ਜਸਟ ਵਾਂਟ ਟੂ ਆਸਕ ਕਿ ਇਫ ਵੀ ਆਰ ਇੰਟਰਸਟਿਡ ਟੂ ਡਿਵੈਲਪ ਰੋਮ, ਪਰ ਦੂਸਰਿਆਂ ਲਈ ਵੀ ਤਾਂ ਮਾਰਕੀਟ ਓਪਨ ਹੈਗੀ ਹੈ, ਦੂਸਰੇ ਕੰਟਰੀਜ਼। ਮੈਂ ਮੰਨ ਗਿਆ ਤੁਹਾਡੀ ਗੱਲ। ਮੈਂ ਤੁਹਾਡੇ ਨਾਲ ਇੱਕੋ ਹੀ ਗੱਲ ਕਰਦਾ ਸੰਦੀਪ ਜੀ, ਅੱਜ ਅਲਾਏ ਸਟੀਲ ਇੰਡੀਆ 'ਚ ਅਵੇਲੇਬਲ ਨਹੀਂ। ਹੁਣ ਤੁਸੀਂ ਗੱਲ ਕਰੋ, ਅੱਜ ਸਾਨੂੰ 1 ਟਨ ਮਾਲ ਚਾਹੀਦਾ ਹੋਵੇ ਤਾਂ ਹਿੰਡਾਲਕੋ ਕਹਿੰਦੀ ਮੈਂ ਨਹੀਂ ਦੇ ਸਕਦੀ। ਬਿਲਕੁਲ ਠੀਕ। ਪਰ ਚਾਈਨਾ ਦੇ ਵਿੱਚ ਜੇ ਤੁਸੀਂ 400 ਕਿਲੋ ਮਾਲ ਵੀ ਲੈਣਾ ਤਾਂ ਮਿਲ ਜਾਏਗਾ। ਉਹੀ ਤਾਂ ਮੈਂ ਕਹਿ ਰਿਹਾ, ਚਾਈਨਾ ਨੂੰ ਦੇਖ ਕੇ ਬਾਕੀ ਵੀਅਤਨਾਮ ਵਰਗੇ ਜਾਂ ਹੋਰ ਨਾਲ ਦੇ ਕੰਟਰੀਜ਼ ਤਾਂ ਤੇਜ਼ ਰਫ਼ਤਾਰ ਫੜ ਸਕਦੇ ਨਾ, ਆਪਾਂ ਨੂੰ ਮਿਲੇ ਨਾ। ਚਾਹੇ ਸਰਕਾਰਾਂ ਦਾ ਕਸੂਰ ਹੈ, ਚਾਹੇ ਇੰਡਸਟਰੀ ਦਾ ਆਈਕਨਸ ਦਾ ਕਸੂਰ ਹੈ, ਚਾਹੇ ਛੋਟੀ MSME ਦਾ ਕਸੂਰ ਹੈ। ਮੈਂ ਕਹਿੰਦਾ ਸਾਡੇ ਨਾਲ, ਪਰ ਬਾਕੀ ਕੰਟਰੀ ਵੀ ਤਾਂ ਰੇਸ 'ਚ ਦੌੜ ਰਹੇ ਹੈ ਨਾ, ਉਹ ਵੇਟ ਤਾਂ ਨਹੀਂ ਕਰਨਗੇ ਕਿ ਇੰਡੀਆ ਅੱਗੇ ਲੰਘ ਲਵੇ ਫਿਰ ਅਸੀਂ ਵੱਡੇ ਭਰਾ ਨੂੰ ਜਾਂ ਛੋਟੇ ਭਰਾ ਨੂੰ ਮੌਕਾ ਦੇ ਦਈਏ। ਉਹਨਾਂ ਦੀ ਸਪੀਡ ਤਾਂ ਉਹਨਾਂ ਦੇ ਕੋਲ ਹੀ ਹੈ ਨਾ ਜੀ। ਦੇਖੋ, ਜਿੰਨੀ ਦੇਰ ਤੱਕ ਟੈਕਨੋਲੋਜੀ ਟ੍ਰਾਂਸਫਰ ਹੋ ਨਹੀਂ ਸਕਦੀ ਉਨੀ ਦੇਰ ਤੱਕ ਬਾਈਸਾਈਕਲ ਇੰਡਸਟਰੀ ਸਾਈਕਲ ਟੈਂਡਰਾਂ ਤੇ ਹੀ ਸੀਮਤ ਰਹੂਗੀ, ਉਹ ਉਹਨਾਂ ਤੇ। ਥੈਂਕ ਯੂ, ਧੰਨਵਾਦ। ਸੋ ਦੋਸਤੋ, ਇਹ ਸੀਗੇ ਗੁਰਮੀਤ ਸਿੰਘ ਕੁਲਾਰ, ਇਹਨਾਂ ਨੇ ਬੜੀ ਚੰਗੀ ਗੱਲ ਕੀਤੀ ਹੈ। ਅੱਜ ਦੇ ਟਾਈਮ 'ਚ ਜਿਹੜਾ ਸੱਚ ਬੋਲਣਾ ਵੀ ਆਪਣੇ ਆਪ 'ਚ ਇੱਕ ਬਹੁਤ ਬਿਹਤਰੀਨ ਕੰਮ ਹੈ। ਸੋ ਕੁਲਾਰ ਸਾਹਿਬ ਨੇ ਅੱਜ ਇੱਕ ਚੀਜ਼ ਬੜੀ ਸੱਚ ਮੰਨੀ ਹੈ ਕਿ ਜਿਹੜੀ ਸਾਈਕਲ ਇੰਡਸਟਰੀ, ਅਸੀਂ ਵਰਲਡ ਦੀ ਸਭ ਤੋਂ ਵੱਡੀ, ਵਰਲਡ ਦੀ 2nd ਲਾਰਜੈਸਟ ਸਾਈਕਲ ਮੈਨੂਫੈਕਚਰਰ ਹੈਗੇ ਹੈ, ਪਰ ਇਹ ਵੀ ਗੱਲ ਝੂਠ ਨਹੀਂ ਹੈ ਕਿ ਸਾਡੀ ਜਿਹੜੀ ਸਾਈਕਲ ਦੀ ਗਰੋਥ, ਜਿਹੜੀ ਸਾਈਕਲ ਦੀ ਵਿਕਰੀ ਹੈਗੀ ਹੈ, ਉਹ ਸਾਈਕਲ ਟੈਂਡਰਾਂ ਤੱਕ ਹੀ ਸੀਮਿਤ ਰਹਿ ਗਈ ਹੈ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ रूबरू ਹੁੰਦੇ ਰਵਾਂਗੇ। देखते रहो, बने रहो जनहित ऐसी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।